अर्जन गुरु वर श्री हरगोबिंद। हरि राय हरि कृष्ण गुर तेग बहादुर चंद। दसवें गोबिंद सिंह गुर नमो चरण अरविंद। जिसमें अमृत ज्ञान है माणक भगत विराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। सतनाम श्री वाहिगुरु साहिब जी दोहरा। गिर हंकार ते तर उतर सरब रेन घर छाए। उशन सीताद विकार जे हे मन तव सुख पाए। गिर हंकार ते तर उतर सरब रेन घर छाए। उशन सीताद विकार जे हे मन तब सुख पाए। वाहिगुरु जी का खालसा वाहिगुरु जी की फतेह। पतित पावन भगत वत्सल कृपा दे खजाने जुगो जुग अटल। धन धन सतगुरु ग्रंथ साहिब महाराज जी दी पावन पवित्र हजूरी विच सतगुरु गरीब नवाज जी दे पावन इतिहास की जो लड़ीवार कथा चल रही है, धन गुरु नानक देव महाराज जी दे पावन जीवन कौतुकां विचों सो आओ पावन कथा का प्रसंग श्रवण करके लाह खटिए। सतनाम श्री वाहिगुरु साहिब जी दोहरा। गिर हंकार ते उतर तर सरब रेन घर छाए। कविराज भाई संतोख सिंह जी गुर इतिहास का प्रसंग आरंभ करन तो पहला मंगल करते हैं कि हे मन निमरता दे विच निवास कर। हंकार रूपी पहाड़ तो उतर करके हेठा उतर करके सारियां दी चरण धूड़ी जो बनना एक घर बनाउणा कर। उशन सीताद विकार जे हे मन तब सुख पाए। जो गर्मी ठंड आदि जिमें गर्मियां दे मौसम विच गर्मी लगती है, धुप जो दुखाउंदी है, दुखी करदी शरीर नूं। सर्दियों के मौसम विच सर्दी जो है वो शरीर नूं तंग करती है। घर दे विच जो बैठा जीव है उसनूं ये दोनों की मार तो घर जो है वो सुरक्षित करदा। इस करके सो सारियां दी जो चरण धूड़ी बनदा है ना, इहदे नाल जो विकारां रूपी गर्मी ते सर्दी है, ਇਹਦੇ ਤੋਂ हे ਮਨਾ तू सुख प्राप्त कर लेगा।
ਸ਼੍ਰੀ ਬਾਲਾ ਸੰਦਰਵਾਚ ਚੌਪਈ। ਸ਼੍ਰੀ ਅੰਗਦ ਸੁਣੀਏ ਇਤਿਹਾਸਾ। ਸੋ ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਹਨ। ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸਤਿਗੁਰੂ ਅੰਗਦ ਦੇਵ ਮਹਾਰਾਜ ਇਤਿਹਾਸ ਦਾ ਪ੍ਰਸੰਗ ਸੁਣੋ। ਵਹਿਰ ਨਗਰ ਬੈਠੇ ਸੁਖ ਰਾਸਾ। ਸੋ ਏਮਨਾਬਾਦ ਨਗਰ ਦੇ ਬਾਹਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹਨ। ਉਤੋ ਪਠਾਨ ਤਹਾਂ ਕੋ ਰਾਜਾ। ਉੱਥੇ ਪਠਾਨ ਰਾਜਾ ਸੀ ਉਸ ਨਗਰ ਦਾ। ਘਰ ਘਰ ਬਹੁਰ ਬਜਾਵੇ ਬਾਜਾ। ਘਰਾਂ ਘਰਾਂ ਵਿੱਚ ਬਹੁਤ ਵਾਜੇ ਆਦਿਕ ਸ਼ਨਾਈਆਂ ਵਜਾਉਂਦੇ ਹਨ। ਅਦਕ ਵਿਆਹ ਤਿਸ ਦਿਨ ਪੁਰ ਮਾਹੀ। ਉਸ ਦਿਨ ਉਸ ਨਗਰ ਵਿੱਚ ਏਮਨਾਬਾਦ ਵਿੱਚ ਵਿਆਹ ਹੋ ਰਿਹਾ ਸੀ ਬਹੁਤ ਜ਼ਿਆਦਾ ਉੱਥੇ। ਸੋ ਇਸ ਤਰ੍ਹਾਂ ਰੌਲਾ ਰੱਪਾ ਪੈ ਰਿਹਾ ਸੀ। ਕਰਤ ਕੁਲਾਹਲ ਔਰ ਹਰ ਖਾਹੀ। ਸੋ ਕੋਲਾਹਲ ਕਰਦਿਆਂ ਰੌਲਾ ਪਾਉਂਦਿਆਂ ਹਿਰਦੇ 'ਚ ਬੜੇ ਖੁਸ਼ ਹੁੰਦੇ ਸਨ। ਗਾਵੇ ਨਾਚੇ ਮਾਚੇ ਰੰਗਾ। ਗਾਉਂਦੇ ਆ, ਨੱਚਦੇ ਆ, ਇਹ ਵਿਆਹ ਦੀ ਖੁਸ਼ੀ ਵਿੱਚ ਮੱਚਦੇ ਹਨ। ਅਤ ਉਸਤਵ ਮਹਿ ਰਹੇ ਉਮੰਗਾ। ਬਹੁਤਾ ਉਤਸ਼ਾਹ ਹੈ, ਉਮੰਗ ਦੇ ਸਹਿਤ ਇਹਦੇ ਵਿੱਚ ਲੱਗੇ ਹਨ। ਭੂਖਨ ਬਸਤਰ ਨਵੀਨ ਪਹਿਰ ਕੈ। ਨਵੇਂ ਭੂਖਨ ਗਹਿਣੇ ਤੇ ਬਸਤਰ ਪਹਿਨ ਕਰਕੇ। ਬਨੇ ਸ਼ੈਲ ਬਹੁ ਗਰਭ ਗਹਿਰ ਕੈ। ਸੋ ਬਹੁਤਾ ਹੀ ਹੰਕਾਰ ਧਾਰ ਕੇ ਤੇ ਸ਼ੈਲ ਸ਼ਬੀਲੇ ਬਣੇ ਹਨ। ਅਵਲੋਕਤ ਹੈ ਰੰਗ ਤਮਾਸ਼ੇ। ਸਾਰੇ ਬਹੁਤ ਜ਼ਿਆਦਾ ਰੰਗ ਤਮਾਸ਼ੇ ਵੇਖਦੇ ਹਨ। ਅਨਕ ਪ੍ਰਕਾਰਨ ਠਾਨੇ ਹਾਸੇ। ਅਨੇਕਾਂ ਪ੍ਰਕਾਰ ਦੇ ਹਾਸੇ ਮਖੌਲ ਕਰਦੇ ਆ ਇੱਕ ਦੂਜੇ ਨੂੰ। ਗਰੀਨ ਵਿਖੈ ਕੁਦਾਏ ਤਰੰਗਾ। ਗਲੀਆਂ ਦੇ ਵਿੱਚ ਘੋੜੇ ਸੋ ਦੜਾਉਂਦੇ ਹਨ। ਬੈਠੇ ਮੂਸ਼ ਬਾਮ ਸਰਬੰਗਾ। ਔਰ ਆਪਣੀਆਂ ਮੁੱਛਾਂ ਟੇਢੀਆਂ ਕਰਕੇ ਬੈਠਦੇ ਹਨ। ਸ੍ਰੀ ਕਰਤਾਰ ਦਿਸ਼ਾ ਤੇ ਭੂਲੇ। ਕਵੀ ਜੀ ਕਹਿੰਦੇ ਸ਼੍ਰੀ ਕਰਤਾਰ ਪੁਰਖ ਵਾਹਿਗੁਰੂ ਜੀ ਦੇ ਵੱਲੋਂ ਇਹ ਭੁੱਲੇ ਹਨ। ਵਿਸ਼ੈ ਵਿਕਾਰਨ ਮਹਿ ਅਨਕੂਲੇ। ਔਰ ਵਿਸ਼ੇ ਵਿਕਾਰਾਂ ਦੇ ਵਿੱਚ ਲੱਗੇ ਹੋਏ ਹਨ। ਸੰਤ ਅਤਿਥੀ ਕੀ ਸੇਵ ਨਾ ਜਾਣੇ। ਕੋਈ ਸੰਤ ਮਹਾਤਮਾ ਪਰਮੇਸ਼ਰ ਦਾ ਪਿਆਰਾ, ਖੁਦਾ ਤਾਲਾ ਦਾ, ਅੱਲਾਹ ਤਾਲਾ ਦਾ ਕੋਈ ਫਕੀਰ ਪੀਰ ਔਲੀਆ ਇਹ ਕੁਝ ਨਹੀਂ ਜਾਣਦੇ। ਦੇਖ ਫਕੀਰਨ ਹਾਸੀ ਠਾਨੇ। ਫਕੀਰਾਂ ਨੂੰ ਵੇਖ ਕਰਕੇ ਸਗੋਂ ਲੋੜਵੰਦਾਂ ਨੂੰ ਵੇਖ ਕੇ ਮਖੌਲ ਕਰਦੇ, ਹਾਸਾ ਕਰਦੇ ਹਨ। ਪ੍ਰਭੁਤਾ ਮਤ ਤੇ ਭਏ ਸੇ ਅੰਧੇ। ਪ੍ਰਭੁਤਾ ਦਾ ਜੋ ਹੰਕਾਰ ਹੈ ਨਾ ਉਹਦਾ ਕਰਕੇ ਅੰਨੇ ਹੋਏ ਪਏ ਹਨ। ਪਰੇ ਗਰਤ ਜਗ ਬੰਧਨ ਬੰਦੇ। ਸੋ ਇਸ ਤਰ੍ਹਾਂ ਸੰਸਾਰ ਦੇ ਬੰਧਨਾਂ ਵਿੱਚ ਬੱਝੇ ਹੋਏ ਖਾਤੇ ਵਿੱਚ ਪਏ ਹਨ। ਦੇਖੇ ਦੁਖੀ ਦਇਆ ਨਹਿ ਕਰਹੀ। ਦੁਖੀ ਨੂੰ ਵੇਖ ਕਰਕੇ ਉਹਦੇ ਉੱਪਰ ਦਇਆ ਨਹੀਂ ਕਰਦੇ। ਮਹਾ ਮੰਦ ਮਤ ਪਰਤੀ ਹਰਹੀ। ਬਹੁਤੇ ਮੰਦੀ ਮਤ ਵਾਲੇ ਹਨ, ਪਰਾਈਆਂ ਇਸਤਰੀਆਂ ਨੂੰ ਚਰਾ ਲੈਂਦੇ ਆ। ਪੀਅਤ ਸ਼ਰਾਬ ਘੁੰਮਤੇ ਫਿਰਹੀ। ਸ਼ਰਾਬਾਂ ਪੀਂਦੇ ਆ, ਘੁੰਮਦੇ ਫਿਰਦੇ ਹਨ। ਸ਼ਾਸਨ ਦੇਹ ਗਰੀਬਨ ਧਰਹੀ। ਗਰੀਬਾਂ ਨੂੰ ਵੇਖ ਕਰਕੇ ਬਹੁਤ ਹੀ ਸ਼ਾਸਨਾ ਦਿੰਦੇ, ਤਾੜਨਾ ਕਰਦੇ ਹਨ। ਜਹਾਂ ਅੰਗਨਾ ਸੁੰਦਰ ਹੇਰਹੇ। ਔਰ ਜਿੱਥੇ ਸੁੰਦਰ ਰੂਪ ਵਾਲੀਆਂ ਇਸਤਰੀਆਂ ਨੂੰ ਵੇਖਦੇ ਹਨ, ਬਾਰ ਬਾਰ ਬਾਜੀ ਬਰ ਫੇਰਹੇ। ਆਪਣੇ ਘੋੜੇ ਉਧਰ ਲਿਆ ਲਿਆ ਕੇ ਬਾਰ-ਬਾਰ ਘੁਮਾਉਂਦੇ ਹਨ। ਬੈਠੇ ਰਹੇ ਵਹਿਰ ਜਗ ਸਾਈ। ਇਸ ਏਮਨਾਬਾਦ ਨਗਰ ਦੇ ਬਾਹਰ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਹਨ। ਸੇਵਾ ਕਰੀ ਨ ਕਿਨਹੂ ਆਈ। ਪਰ ਮੰਦੀ ਮਤ ਵਾਲੇ ਕਿਸੇ ਨੇ ਵੀ ਆ ਕਰਕੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਸੇਵਾ ਨਹੀਂ ਕੀਤੀ। ਉਤੇ ਫਕੀਰ ਸੰਗ ਤੇ ਥਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਫਕੀਰ ਸਨ, ਉਹ ਜੋ ਗੋਬਿੰਦ ਲੋਕ ਜਿਨ੍ਹਾਂ ਦਾ ਟੋਲਾ ਸਤਿਗੁਰੂ ਜੀ ਦੇ ਨਾਲ ਸੀ। ਪਏ ਸ਼ੁਦਾ ਤੁਰ ਮੁਖ ਕੁਮਲਾਏ।
ਉਹ ਵਿਚਾਰੇ ਸਵੇਰ ਦੇ ਭੁੱਖੇ ਆ, ਸੋ ਮੁੱਖ ਉਹਨਾਂ ਦੇ ਚਿਹਰੇ ਕੁਮਲਾ ਗਏ ਹਨ ਭੁੱਖ ਦੇ ਨਾਲ। ਸਗਰੋ ਦਿਵਸ ਬਤੀਤਾ ਜਬ ਹੀ, ਜਦੋਂ ਸਾਰਾ ਦਿਨ ਬਤੀਤ ਹੋ ਗਿਆ ਹੈ, ਭਈ ਨਿਸਾ ਬੋਲੇ ਪ੍ਰਭ ਤਬ ਹੀ। ਰਾਤ ਹੋਈ ਤੋ ਧੰਨ ਸਤਿਗੁਰੂ ਗਰੀਬ ਨਿਵਾਜ ਜੀ ਨੇ ਵਚਨ ਕੀਤਾ, ਇਹ ਸੰਤ ਹੋ ਦੁਆ ਉੱਠ ਕਰ ਜਾਵੋ। ਸਤਿਗੁਰੂ ਜੀ ਨੇ ਫਰਮਾਇਆ, ਹੈ ਸੰਤ ਜਨੋ, ਤੁਹਾਡੇ ਵਿੱਚੋਂ 2 ਜਣੇ ਉੱਠੋ ਜਾਓ, ਪੁਰ ਤੇ ਜਾਚ ਅਸਨ ਕੋ ਖਾਵੋ। ਨਗਰ ਵਿੱਚ ਜਾ ਕਰਕੇ ਮੰਗ ਕਰਕੇ ਭੋਜਨ ਛਕ ਲਓ। ਜੇ ਬੈਠਿਓ ਦੇਵੈ ਕੋ ਨਾਹੀ, ਕਿਉਂਕਿ ਇਹ ਨਿਯਮ ਹੈ ਸੰਤਾਂ ਮਹਾਤਮਾ ਦਾ ਕਿ ਜੇ ਕੋਈ ਬੈਠਿਆਂ ਨੂੰ ਆ ਕੇ ਨਾ ਦਵੇ, ਘਰ ਮਹਿ ਜਾਏ ਜਾਚ ਕਿਨ ਖਾਹੀ। ਤਾਂ ਕਿਸੇ ਵੀ ਘਰ ਵਿੱਚ ਜਾ ਕਰਕੇ ਜੋ ਬਿਰਤੀ ਵਾਲਾ ਹੈ, ਨਾ ਨਿਵਰਤੀ ਪੱਖ ਵਾਲਾ ਸੰਤ ਮਹਾਤਮਾ, ਉਹ ਮੰਗ ਕਰਕੇ ਛਕ ਸਕਦਾ ਹੈ। ਮਰਦਾਨੇ ਤੂੰ ਜਾਹੇ ਸੰਘਾਰੇ, ਸੋ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਵੀ ਇਹਨਾਂ ਦੇ ਨਾਲ ਜਾ। ਆਵਤ ਲਾਲੋ ਲਿਹੋ ਹਕਾਰੇ, ਔਰ ਆਉਂਦੇ ਸਮੇਂ ਭਾਈ ਲਾਲੋ ਜੀ ਨੂੰ ਨਾਲ ਬੁਲਾ ਲਿਆਉਣਾ। ਸ੍ਰੀ ਗੁਰ ਕੀ ਸੁਣ ਕੇ ਅਸ ਆਇਸ, ਸ਼੍ਰੀ ਸਤਿਗੁਰੂ ਜੀ ਦੀ ਇਹ ਆਗਿਆ ਸੁਣ ਕਰਕੇ ਮਰਦਾਨਾ ਦਵੈ ਸੰਤ ਸਿਧਾਇਸ। ਭਾਈ ਮਰਦਾਨਾ ਜੀ ਤੇ 2 ਸੰਤ ਇਹ ਗੋਬਿੰਦ ਲੋਕ ਨਾਲ ਗਏ ਹਨ, ਜਹਾਂ ਪਠਾਨ ਮਹਾਨ ਨਿਕੇਤਾ, ਜਿੱਥੇ ਪਠਾਣਾਂ ਦੇ ਬਹੁਤ ਘਰ ਸਨ। ਗਏ ਤਹਾ ਅਨ ਲੈਨੇ ਹੇਤਾ, ਅੰਨ ਭੋਜਨ ਪਦਾਰਥ ਲੈਣ ਵਾਸਤੇ ਉੱਥੇ ਗਏ ਹਨ। ਜਾਚਨ ਕਰੈ ਜਾਏ ਜਿਸ ਪਾਹੀ, ਜਾ ਕਰਕੇ ਜਦੋਂ ਉੱਥੋਂ ਮੰਗਣਾ ਕੀਤਾ ਹੈ, ਸੁਨਹਿ ਬਹੁਰ ਉਤਰ ਦੇ ਨਾਹੀ। ਮੰਗਿਆ ਹੋਇਆ ਸੁਣ ਲੈਂਦੇ ਕਿ ਮੰਗ ਰਹੇ ਆ ਫਕੀਰ, ਪਰ ਅੱਗੋਂ ਕੋਈ ਉੱਤਰ ਨਹੀਂ ਦਿੰਦੇ ਹਨ। ਮਦ ਪਾਣੀ ਬੋਲੇ ਦੁਰਬੈਨਾ, ਸੋ ਸ਼ਰਾਬ ਪੀਤੀ ਹੋਈ ਇਹ ਜੋ ਪਠਾਨ ਹਨ, ਖੋਟੇ ਬਚਨ ਮੁਖ ਤੋਂ ਬੋਲਦੇ ਹਨ। ਜਾਚਤ ਫਿਰੇ ਤਹਾਂ ਬਹੁ ਐਨਾ, ਸੋ ਇਹ ਭਾਈ ਮਰਦਾਨਾ ਜੀ ਤੇ ਉਹ ਸੰਤ ਬਹੁਤ ਘਰਾਂ ਦੇ ਵਿੱਚ ਮੰਗਦੇ ਫਿਰਦੇ ਹਨ। ਪਰ ਵਿਸ਼ੇ ਇੱਕ ਨਿਕੇਤ ਕੇ ਮਾਹੀ, ਇਸ ਤਰ੍ਹਾਂ ਮੰਗਦਿਆਂ ਹੋਇਆ ਇੱਕ ਘਰ ਦੇ ਵਿੱਚ ਗਏ ਹਨ। ਜਾਚਿਓ ਅੰਨ ਜਾਏ ਤਿਹ ਪਾਹੀ, ਔਰ ਜਾ ਕਰਕੇ ਉਹਨਾਂ ਦੇ ਕੋਲੋਂ ਅੰਨ ਮੰਗਿਆ ਹੈ। ਦਇਓ ਨਕਾਸ਼ ਨਹਿ ਬੋਲੇ ਬਾਣੀ, ਨਾ ਹੀ ਕੋਈ ਅੰਨ ਦਿੱਤਾ ਤੇ ਨਾ ਹੀ ਕੋਈ ਅੱਗੋਂ ਉੱਤਰ ਦਿੱਤਾ ਹੈ। ਤੇਸ਼ਨ ਆਵਾ ਇੱਕ ਮਦ ਪਾਣੀ, ਸੋ ਇੰਨੇ ਚਿਰ ਨੂੰ ਉੱਥੇ ਇੱਕ ਸ਼ਰਾਬੀ ਆ ਗਿਆ ਜਿਹਨੇ ਸ਼ਰਾਬ ਪੀਤੀ ਸੀ। ਮਰਦਾਨੇ ਕੋ ਦੀਨ ਧਕੇਲਾ, ਭਾਈ ਮਰਦਾਨਾ ਜੀ ਨੂੰ ਆ ਕਰਕੇ ਉਸਨੇ ਧੱਕਾ ਦਿੱਤਾ ਹੈ। ਬਹੁ ਬਲ ਸੋ ਧਰਨੀ ਪੁਰ ਮੇਲਾ, ਔਰ ਬਹੁਤੇ ਜ਼ੋਰ ਦੇ ਨਾਲ ਧੱਕਾ ਦੇ ਕਰਕੇ ਧਰਤੀ ਉੱਪਰ ਸੁੱਟ ਦਿੱਤਾ ਹੈ। ਚੋਟ ਲਗੀ ਪਾਈ ਤਨ ਪੀਰਾ, ਜਦੋਂ ਚੋਟ ਲੱਗੀ ਸਰੀਰ ਨੂੰ ਪੀੜ ਹੋਈ ਹੈ, ਪੁਰ ਤਜ ਚਲੇ ਤੁਰਤ ਪ੍ਰਭ ਤੀਰਾ। ਉਸੇ ਵੇਲੇ ਹੀ ਨਗਰ ਨੂੰ ਛੱਡ ਕੇ ਸਤਿਗੁਰੂ ਜੀ ਦੇ ਪਾਸ ਚੱਲ ਪਏ ਹਨ। ਲਾਲੋ ਕੋ ਬੁਲਾਏ ਨਿਜ ਸਾਥਾ, ਸੋ ਰਸਤੇ ਵਿੱਚ ਜਾਂਦਿਆਂ ਭਾਈ ਲਾਲੋ ਜੀ ਨੂੰ ਵੀ ਆਪਣੇ ਨਾਲ ਲੈ ਲਿਆ। ਆਏ ਜਹ ਬੈਠੇ ਜਗਨਾਥਾ, ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ, ਇੱਥੇ ਆ ਪਹੁੰਚੇ। ਪੁਰਜੇ ਦਾਨੇ ਕਛੁਕ ਤਿਆਰੀ, ਪੁੱਜੇ ਹੋਏ ਦਾਣੇ ਕੁਝ ਤਿਆਰ ਸਨ। ਲੈ ਸੋ ਲਾਲੋ ਧਰੇ ਅਗਾਰੀ, ਭਾਈ ਲਾਲੋ ਜੀ ਆਪਣੇ ਘਰੋਂ ਲੈ ਆਏ ਔਰ ਸਤਿਗੁਰੂ ਜੀ ਦੇ ਪਾਸ ਆ ਕਰਕੇ ਸਤਿਗੁਰਾਂ ਦੇ ਅੱਗੇ ਰੱਖੇ ਹਨ। ਪਾਇਨ ਪਾਸ ਉਪਾਇਨ ਕਰਕੇ, ਧੰਨ ਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਦੇ ਪਾਸ ਭੇਟਾਵਾਂ ਅਰਪਣ ਕਰਕੇ, ਕਹਿਓ ਜੋਰ ਕਰ ਸਿਰ ਧਰ ਧਰ ਕੇ, ਹੱਥ ਜੋੜ ਕਰਕੇ ਧਰਤੀ ਉੱਪਰ ਸਿਰ ਲਾ ਕਰਕੇ ਭਾਈ ਲਾਲੋ ਜੀ ਕਹਿਣ ਕਹਿਣ ਲੱਗਾ ਬੀਤਿਓ ਚਿਰਕਾਲਾ, ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਬਹੁਤ ਸਮਾਂ ਬਤੀਤ ਹੋ ਗਿਆ ਹੈ। ਰਾਵਰ ਦਰਸ਼ਨ ਦੀਨ ਦਇਆਲਾ, ਬਹੁਤ ਸਮੇਂ ਬਾਅਦ ਆਪ ਜੀ ਨੇ ਆ ਕਰਕੇ ਆਪਣੇ ਮੁਬਾਰਕ ਦਰਸ਼ਨ ਦਿੱਤੇ ਹਨ। ਕੁਛ
ਕੁਸ਼ਲ ਪ੍ਰਸ਼ਨ ਕਰ ਕੈ ਸੰਗ ਤਾਹੀ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਭਾਈ ਲਾਲੋ ਨੂੰ ਸੁਖ ਸਾਂਦ ਪੁੱਛ ਕਰਕੇ ਬੈਠਾਰਿਓ ਪ੍ਰਭ ਆਪਨ ਪਾਹੀ। ਮਾਲਕ ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਆਪਣੇ ਪਾਸ ਬਿਠਾਇਆ ਹੈ। ਬਹੁਰੋ ਦੋ ਸੰਤ ਸੋ ਪੂਛੇ। ਫਿਰ ਉਹ ਜੋ ਦੋ ਸੰਤ ਭਾਈ ਮਰਦਾਨਾ ਜੀ ਦੇ ਨਾਲ ਗਏ ਉਹਨਾਂ ਨੂੰ ਪੁੱਛਿਆ, ਕਿਸ ਬਿਧ ਹਟ ਆਏ ਤੁਮ ਸੂਸ਼ੇ। ਗਰੀਬ ਨਿਵਾਸ ਜੀ ਨੇ ਫਰਮਾਇਆ ਕਿ ਤੁਸੀਂ ਕਿਸ ਕਾਰਨ ਖਾਲੀ ਮੁੜ ਕੇ ਆਏ ਹੋ। ਸੁਨਤ ਫਕੀਰਨ ਸਰਬ ਬਤਾਈ। ਸੁਣ ਕਰਕੇ ਉਹ ਫਕੀਰਾਂ ਨੇ ਸਾਰਾ ਵਰਤਾਂਤ ਦੱਸਿਆ ਹੈ। ਮਰਦਾਨੇ ਕੀ ਚੋਟ ਦਿਖਾਈ। ਔਰ ਭਾਈ ਮਰਦਾਨਾ ਜੀ ਨੂੰ ਜੋ ਧੱਕਾ ਦੇਣ ਦੇ ਨਾਲ ਚੋਟ ਲੱਗੀ ਉਹ ਵਿਖਾਈ ਹੈ। ਪਾਮਰ ਪੁਰਖ ਰਹਿ ਪੁਰ ਮਾਹੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਇਸ ਨਗਰ ਦੇ ਵਿੱਚ ਬਹੁਤ ਹੀ ਨੀਚ ਲੋਕ ਰਹਿੰਦੇ ਹਨ। ਹਰ ਸੰਤਨ ਜਹ ਆਦਰ ਨਾਹੀ। ਇਹ ਸਤਿਗੁਰੂ ਜੀ, ਇਹਨਾਂ ਲੋਕਾਂ ਨੂੰ ਹਰੀ ਦੇ ਸੰਤਾਂ ਮਹਾਤਮਾ ਦਾ ਕੋਈ ਸਤਿਕਾਰ ਨਹੀਂ ਕਰਨਾ ਆਉਂਦਾ। ਸੇਵਾ ਕਰਨੀ ਰਹੀ ਸੋ ਰੀਤੀ। ਸੇਵਾ ਕਰਨੀ ਤਾਂ ਇੱਕ ਪਾਸੇ ਰਹਿ ਗਈ ਹੈ। ਬੇਮੁਖ ਦੀ ਦੁਖ ਕੀ ਵਿਪਰੀਤੀ। ਸੋ ਬੇਮੁਖ ਇਹਨਾਂ ਲੋਕਾਂ ਨੇ ਦੁੱਖ ਦਿੱਤਾ ਹੈ, ਇਹ ਉਲਟ ਰੀਤ ਕੀਤੀ ਹੈ। ਸੁਨਤ ਅਵਗਿਆ ਸੰਤਨ ਕੇਰੀ। ਸਾਨੂੰ ਗੁਰੂ ਗਰੀਬ ਨਿਵਾਸ ਜੀ ਨੇ ਇਹਨਾਂ ਮਹਾਤਮਾ ਤੋਂ ਸੰਤਾਂ ਦੀ ਅਵਗਿਆ ਜਦੋਂ ਸੁਣੀ ਹੈ, ਰਿਸ ਉਪਜੀ ਮਨ ਮਾਹੇ ਕਨੇਰੀ। ਗਰੀਬ ਨਿਵਾਸ ਜੀ ਦੇ ਮਨ ਦੇ ਵਿੱਚ ਬਹੁਤ ਭਾਰੀ ਵੀਰ ਰਸ ਆਇਆ ਹੈ, ਕਿਉਂਕਿ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਪਰਮੇਸ਼ਰ ਦੇ ਸੰਤਾਂ ਮਹਾਤਮਾ ਨੂੰ ਸੋ ਦੁੱਖ ਪ੍ਰਾਪਤ ਹੋਏ ਤੇ ਪਰਮੇਸ਼ਰ ਦੁਖੀ ਹੁੰਦਾ ਹੈ। ਜੇ ਸੰਤ ਮਹਾਤਮਾ ਸੁਖੀ ਹੋਣ, ਕੋਈ ਸੰਤਾਂ ਮਹਾਤਮਾ ਨੂੰ ਸੁਖ ਦੇਣ ਦਾ ਯਤਨ ਕਰੇ ਤਾਂ ਪਰਮੇਸ਼ਰ ਸੁਖੀ ਹੁੰਦਾ ਹੈ, ਉਹਦੇ ਤੇ ਪ੍ਰਸੰਨ ਹੁੰਦਾ ਹੈ। ਇਸ ਤਰ੍ਹਾਂ ਪਰਮੇਸ਼ਰ ਦੇ ਰੂਪ ਸਤਿਗੁਰੂ ਗਰੀਬ ਨਿਵਾਸ ਜੀ ਸੰਤਾਂ ਦੀ ਅਵਗਿਆ ਸੁਣ ਕਰਕੇ ਵੀਰ ਰਸ ਵਿੱਚ ਆਏ ਹਨ। ਤਿਹਸ਼ਨ ਲਾਲੋ ਸਨਮੁਖ ਬੈਸਾ। ਭਾਈ ਲਾਲੋ ਜੀ ਉਸ ਸਮੇਂ ਸਤਿਗੁਰੂ ਜੀ ਦੇ ਸਾਹਮਣੇ ਬੈਠੇ ਸਨ। ਤਿਸੋਂ ਕਹਿਓ ਸ਼ਬਦ ਮੁਖ ਐਸਾ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਭਾਈ ਲਾਲੋ ਨੂੰ ਮੁਖਾਤਬ ਕਰਕੇ ਇਹ ਸ਼ਬਦ ਉਚਾਰਿਆ ਹੈ, ਜਿਹ ਤੇ ਦੁਸ਼ਟ ਪਠਾਨ ਕੁਚਾਲੇ। ਜਿਸ ਕਰਕੇ ਇਹ ਜੋ ਦੁਸ਼ਟ ਸੁਭਾਅ ਵਾਲੇ ਪਠਾਨ ਜਿਨ੍ਹਾਂ ਦੀ ਖੋਟੀ ਚਾਲ ਹੈ, ਮਰੈ ਪਾਏ ਕੈ ਕਸ਼ਟ ਵਿਸਾਲੇ। ਕਵੀ ਜੀ ਕਹਿੰਦੇ ਜਿਸ ਕਾਰਨ ਇਹਨਾਂ ਦੇ ਨਾਲ ਜੋ ਬੀਤਣੀ ਆ ਨਾ, ਜਿਸ ਪ੍ਰਕਾਰ ਇਹਨਾਂ ਨੇ ਕਸ਼ਟ ਪਾ ਕਰਕੇ ਸੋ ਮਰਨਾ ਹੈ, ਤਿਨ ਕੀ ਸਫਾ ਉਠਾਵਨ ਹੇਤੂ। ਸੋ ਇਹਨਾਂ ਦੀ ਜੋ ਸਭਾ ਨੂੰ ਚੁੱਕਣ ਵਾਸਤੇ, ਇਹਨਾਂ ਨੂੰ ਜੋ ਮਾਰਨ ਵਾਸਤੇ ਬੋਲੇ ਬਚ ਬੇਦੀ ਕੁਲ ਕੇਤੂ। ਜੋ ਬਾਬਰ ਆ ਰਿਹਾ ਹੈ ਨਾ, ਧੰਨ ਗੁਰੂ ਗਰੀਬ ਨਿਵਾਸ ਜੀ ਨੇ ਸੋ ਇਹ ਬਚਨ ਉਚਾਰਨ ਕੀਤੇ ਹਨ। ਤਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਿਲੰਗ ਰਾਗ ਦੇ ਵਿੱਚ ਉਚਾਰਨ ਕਰ ਰਹੇ ਆ, ਇਹ ਲਾਲੋ ਜਿਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੋ ਖਸਮ ਵਾਲਕ ਹੈ, ਵਾਹਿਗੁਰੂ ਜੀ ਦੀ ਸਾਨੂੰ ਬਾਣੀ ਉਤਰ ਰਹੀ ਹੈ ਨਾ, ਉਸ ਪ੍ਰਕਾਰ ਅਸੀਂ ਤੈਨੂੰ ਗਿਆਨ ਕਰਾਉਂਦੇ ਹਾਂ। ਪਾਪ ਕੀ ਜੰਝ ਲੈ ਕਾਬਲ ਹੋਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਿਉਂਕਿ ਇਹਨਾਂ ਨੇ ਜੋ ਪਾਪ ਕੀਤੇ ਆ, ਇਹਨਾਂ ਦੇ ਕੀਤੇ ਹੋਏ ਪਾਪਾਂ ਨੇ ਕਾਬਲ ਵਿੱਚ ਜਾ ਕੇ ਜਨਮ ਲਿਆ। ਉਹ ਕਾਬਲ ਵਿੱਚ ਜੋ ਹੁਣ ਬਾਬਰ ਇਹਨਾਂ ਨੂੰ ਮਾਰਨ ਵਾਸਤੇ ਤਿਆਰ ਹੋਇਆ, ਔਰ ਜਿੰਨੇ ਵੀ ਪਾਪ ਹੈ ਉਹ ਮੰਨ ਲਓ ਸਾਰੇ ਜਾ ਕੇ ਬਾਬਰ ਦੇ ਸਿਪਾਹੀ ਬਣ ਗਏ ਆ। ਇਹ ਪਾਪਾਂ ਦੀ ਜੰਝ, ਪਾਪਾਂ ਦੀ ਸੈਨਾ ਲੈ ਕਰਕੇ ਸੋ ਬਾਬਰ ਉਥੋਂ ਤੁਰਿਆ ਹੈ। ਸਰਮ ਧਰਮ ਦੋਇ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਔਰ ਜੋਰੀ ਮੰਗਾ ਦਾਨ ਮੇ ਲਾਲੋ, ਜ਼ੋਰ ਦੇ ਨਾਲ, ਧੱਕੇ ਦੇ ਨਾਲ ਇਸਤਰੀਆਂ ਨੂੰ ਦਾਨ ਮੰਗੇਗਾ, ਭਾਵ ਖੋਹ ਲਏਗਾ ਇਹਨਾਂ ਦੀਆਂ ਇਸਤਰੀਆਂ ਨੂੰ। ਸ਼ਰਮ ਧਰਮ ਦੋਏ ਛਾਪ ਖਲੋਏ। ਸੋ ਸੰਸਾਰ ਦੇ ਵਿੱਚ ਇੱਥੇ ਸ਼ਰਮ ਤੇ ਧਰਮ ਦੋਵੇਂ
ਸੋ ਓਲੇ ਹੋ ਗਿਆ, ਇਹਨਾਂ ਨੂੰ ਕੋਈ ਨਹੀਂ ਵੇਖੇਗਾ। ਕੂੜ ਹੀ ਝੂਠ ਹੀ ਪ੍ਰਧਾਨ ਹੋ ਕਰਕੇ ਫਿਰੇਗਾ। ਕਾਜੀਆ ਬਾਹਮਣਾ ਕੀ ਗਲ ਥਕੀ, ਅਗਦ ਪੜੈ ਸੈਤਾਨ ਵੇ ਲਾਲੋ। ਹਿੰਦੂ ਰੀਤੀ ਅਨੁਸਾਰ ਬਾਹਮਣ ਜੋ ਉਹ ਵਿਵਾਹ ਪੜ੍ਹਦੇ ਆ ਲੜਕੀ ਲੜਕੇ ਦਾ, ਸੋ ਮੁਸਲਮਾਨਾਂ ਦੇ ਅਨੁਸਾਰ ਕਾਜੀ ਜੋ ਹੈ ਨਿਕਾਹ ਪੜ੍ਹਦੇ ਆ ਬੇਟੀ ਬੇਟੇ ਦਾ। ਸੋ ਇਹ ਦੋਨਾਂ ਦੀ ਗੱਲ ਥੱਕੀ, ਭਾਵ ਨਾ ਤਾਂ ਕਾਜੀਆਂ ਦੀ ਤੇ ਨਾ ਬਾਹਮਣਾਂ ਦੀ ਕੋਈ ਲੋੜ ਰਹੇਗੀ। ਉਹ ਜ਼ੋਰ ਦੇ ਨਾਲ, ਧੱਕੇ ਦੇ ਨਾਲ, ਸ਼ੈਤਾਨੀ ਸੁਭਾਅ ਦੇ ਨਾਲ, ਕਿਉਂਕਿ ਮਨ ਵਿੱਚ ਵਾਸ਼ਨਾ ਹੋਣ ਕਰਕੇ ਔਰ ਜਿੱਤ ਪ੍ਰਾਪਤ ਕੀਤੀ ਹੋਣ ਕਰਕੇ, ਸੋ ਇਹਨਾਂ ਨੂੰ ਖੁੱਲ੍ਹ ਹੋਵੇਗੀ। ਔਰ ਸ਼ੈਤਾਨ ਸੁਭਾਅ ਦੇ ਨਾਲ, ਸੋ ਉਹ ਮਾਨੋ ਕਿ ਸ਼ੈਤਾਨ ਹੀ ਇਹਨਾਂ ਦਾ ਨਿਕਾਹ ਪੜੇਗਾ, ਜੋ ਜ਼ਬਰਦਸਤੀ ਕਰਨਗੇ ਇਸਤਰੀਆਂ ਦੇ ਨਾਲ। ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮਹਿ ਕਰਹਿ ਖੁਦਾਏ ਵੇ ਲਾਲੋ। ਮੁਸਲਮਾਨੀਆਂ ਜੋ ਕਦੀ ਰੱਬ ਦਾ, ਖੁਦਾ ਦਾ, ਅੱਲਾਹ ਤਾਲਾ ਦਾ ਨਾਂ ਨਹੀਂ ਲੈਂਦੀਆਂ, ਔਰ ਕਿਤਾਬਾਂ ਜੋ ਮਸਲਿਆਂ ਦੀਆਂ ਪੜ੍ਹਦੀਆਂ ਰਹਿੰਦੀਆਂ, ਜਦੋਂ ਕਸ਼ਟ ਪ੍ਰਾਪਤ ਹੋਵੇਗਾ ਨਾ, ਦੁੱਖ ਪ੍ਰਾਪਤ ਹੋਵੇਗਾ, ਉਸ ਵੇਲੇ ਕਰਨਗੀਆਂ, ਹਾਏ ਖੁਦਾ ਇਹ ਕੀ ਹੋਇਆ, ਇਸ ਤਰ੍ਹਾਂ ਕਿਉਂ ਹੋਇਆ। ਇਸ ਪ੍ਰਕਾਰ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਇਹ ਲਾਲੋ ਜੀ, ਇਹ ਭਾਈ ਲਾਲੋ, ਇਹਨਾਂ ਦੇ ਨਾਲ ਇਸ ਪ੍ਰਕਾਰ ਦੀ ਬੀਤੇਗੀ। ਜਾਤ ਸਨਾਤੀ ਹੋਰ ਹੀ ਦਿਵਾਣੀਆ, ਇਹ ਵੀ ਲੇਖਿਆ ਲਾਏ ਵੇ ਲਾਲੋ। ਕੱਲਾ ਮੁਸਲਮਾਨੀਆਂ ਨਹੀਂ, ਇਹਨਾਂ ਦੇ ਨਾਲ ਨੀਚ ਜਾਤ ਦੀਆਂ ਜਾਂ ਛੋਟੀ ਜਾਤ ਵਾਲੀਆਂ ਜੋ ਮੰਨੀਆਂ ਇਸਤਰੀਆਂ ਔਰ ਹਿੰਦਵਾਣੀਆਂ ਸਾਰੀਆਂ, ਇਹ ਵੀ ਇਸੇ ਲੇਖੇ ਲਾਈਆਂ ਜਾਣਗੀਆਂ, ਭਾਵ ਉਹਨਾਂ ਨਾਲ ਵੀ ਇਹੋ ਕੁਝ ਭਾਣੇ ਵਰਤਣਗੇ। ਖੂਨ ਕੇ ਸੋਹਿਲੇ ਗਾਵੀ ਹੈ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਵਿਆਹ ਵੇਲੇ ਸੋਹਿਲੇ ਗਾਉਂਦੇ ਆ ਔਰ ਚੀਰਨੀਆਂ ਦੇ ਵਿੱਚ ਇਹ ਕੁੰਗੂ ਆਦਿਕ, ਸੰਧੂਰ ਆਦਿਕ ਪਾਉਂਦੀਆਂ, ਪਰ ਇਸ ਵੇਲੇ ਕੀ ਵਰਤੇਗਾ ਇਹਨਾਂ ਦੇ ਨਾਲ। ਸੋ ਖੂਨ ਦੇ ਸੋਹਿਲੇ ਮਾਰ ਲਓ, ਮਾਰ ਲਓ, ਕਤਲ ਕਰ ਦਿਓ, ਖੂਨ ਕਰ ਦਿਓ। ਸੋ ਇਸ ਪ੍ਰਕਾਰ ਇਹ ਸੋਹਿਲੇ ਗਾਏ ਜਾਣਗੇ, ਇਹ ਗੀਤ ਵਿਆਹ ਦੇ ਗਾਏ ਜਾਣਗੇ। ਨਾਲ ਜੋ ਚੀਰਨੀਆਂ ਵਿੱਚ ਵਾਂਗਾਂ ਦੇ ਵਿੱਚ ਸੰਧੂਰ ਪਾਇਆ ਜਾਂਦਾ ਨਾ, ਉਹ ਵੀ ਲਹੂ ਦਾ ਪਵੇਗਾ। ਚੌਪਈ ਇਸਕੋ ਕਰਿਓ ਅਰਥ ਬਖਾਨ, ਕਵੀ ਜੀ ਕਹਿੰਦੇ ਇਸ ਸ਼ਬਦ ਦਾ ਮੈਂ ਅਰਥ ਕਰਦਾ ਹਾਂ। ਸੁਣੀਏ ਸਰੋਤਾ ਦੇ ਕਰ ਕਾਨ, ਸੋ ਸਰੋਤਾ ਜਨੋ ਕੰਨ ਦੇ ਕੇ, ਭਾਵ ਧਿਆਨ ਦੇ ਕੇ ਸੁਣੋ। ਲਾਲੋ ਸੋ ਗੁਰ ਗਿਰਾ ਅਲਾਏ, ਭਾਈ ਲਾਲੋ ਜੀ ਦੇ ਤਾਈ ਸਤਿਗੁਰੂ ਜੀ ਨੇ ਬਚਨ ਕਹੇ, ਐਸੇ ਨਹਿ ਮਨ ਮਹਿ ਤੂੰ ਲਿਆਏ। ਇਹ ਭਾਈ ਲਾਲੋ ਤੂੰ ਇਸ ਤਰ੍ਹਾਂ ਮਨ ਵਿੱਚ ਨਾ ਲਿਆ ਸ਼ਰਾਪ ਦੇਤ ਰੋਸ ਮਨ ਕੀਨੋ, ਕਿ ਅਸੀਂ ਕੋਈ ਮਨ ਵਿੱਚ ਗੁੱਸਾ ਕਰਕੇ ਸ਼ਰਾਪ ਦੇ ਰਹੇ ਹਾਂ। ਸਾਹਿਬ ਕੀ ਆਏ ਸੋ ਹੀ ਚੀਨੋ, ਇਹ ਅਕਾਲ ਪੁਰਖ ਜੀ ਦੀ ਆਗਿਆ ਜਾਣਨਾ ਕਰ। ਜਿਉ ਵਾਹਿਗੁਰੂ ਕਰਤ ਰਜਾਈ, ਜਿਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਆਗਿਆ ਕਰਦੇ ਹਨ, ਤੈਸੇ ਹੀ ਮੈਂ ਕਹਿਤ ਬਣਾਈ। ਅਸੀਂ ਉਸੇ ਪ੍ਰਕਾਰ ਬਣਾ ਕੇ ਕਹਿੰਦੇ ਹਾਂ। ਲੋਕਨ ਇਹਾਂ ਪਾਪ ਜੋ ਕੀਨੰ, ਇਹਨਾਂ ਲੋਕਾਂ ਨੇ ਇੱਥੇ ਜੋ ਬੜੇ ਭਾਰੀ ਪਾਪ ਕੀਤੇ ਹਨ, ਸੋ ਕਾਬਲ ਮਹਿ ਤਨ ਧਰ ਲੀਨੰ। ਉਹਨਾਂ ਪਾਪਾਂ ਨੇ ਕਾਬਲ ਦੇ ਵਿੱਚ ਜਾ ਕੇ ਸਰੀਰ ਧਾਰ ਲਿਆ ਹੈ। ਅਗ ਕਉ ਫਲ ਦੁਖ ਦੇਹ ਕਨੇਰਾ, ਉਹ ਪਾਪਾਂ ਦਾ ਫਲ ਇਹਨਾਂ ਨੂੰ ਹੁਣ ਆ ਕੇ ਬਹੁਤ ਭਾਰੀ ਦੁੱਖ ਦੇਵੇਗਾ। ਬਿਨ ਦੀਨੇ ਨ ਹੋਏ ਨਬੇਰਾ, ਔਰ ਬਿਨਾਂ ਫਲ ਦਿੱਤੇ ਇਹਨਾਂ ਦਾ ਨਿਬੇੜਾ ਨਹੀਂ ਹੋਵੇਗਾ। ਦੋਹਰਾ ਮੁਗਲ ਰੂਪ ਧਰ ਆਵਈ, ਮੰਗੇ ਬਲ ਸੋ ਦਾਨ। ਔਰ ਮੁਗਲਾਂ ਦਾ ਰੂਪ ਧਾਰ ਕੇ ਉਹ ਪਾਪ ਇੱਥੇ ਆਉਣਗੇ ਔਰ ਬਲ ਦੇ ਨਾਲ ਦਾਨ ਮੰਗਣਗੇ, ਭਾਵ ਇਹਨਾਂ ਨੂੰ ਲੁੱਟਣਗੇ। ਸਰਮ ਧਰਮ ਕਲ ਕਾਲ ਮਹਿ, ਭਈ ਸਰਬ ਕੀ ਹਾਨ। ਇਹ ਕਲਯੁਗ ਦੇ ਸਮੇਂ ਵਿੱਚ ਸ਼ਰਮ ਧਰਮ ਇਹ ਸਾਰਿਆਂ ਦੀ ਹਾਨੀ ਹੋ ਜਾਏਗੀ। ਚੌਪਈ ਮੰਤਰੀ ਫਿਰਹਿ ਕੂਰ ਅਬ ਹੋਈ, ਮੰਤਰੀ ਜਿਹੜੇ ਆ ਇਹ ਝੂਠੇ ਹੋ ਕਰਕੇ ਫਿਰਦੇ ਹਨ। ਹੁਣ ਪੁਨ ਕਾਜੀ ਦਿਜਬਰ ਹੈ ਜੋਈ, ਝੂਠੇ ਹੋਏ ਮੰਤਰੀ ਫਿਰਨਗੇ
ਇਸੇ ਤਰ੍ਹਾਂ ਜੋ ਕਾਜੀ ਤੇ ਬਾਹਮਣ ਆਦਿਕ ਹਨ, ਤਿਨ ਕੋ ਕਹਿਓ ਨ ਮਾਨੈ ਕੋਈ, ਉਹਨਾਂ ਦਾ ਕਿਆ ਹੋਇਆ ਕੋਈ ਨਹੀਂ ਮੰਨੇਗਾ। ਕਰਹਿ ਨਿਕਾਹ ਸ਼ੈਤਾਨੀ ਸੋਈ, ਸ਼ੈਤਾਨੀ ਦੇ ਨਾਲ ਛੇਤੀ ਦੇ ਨਾਲ ਆਪੇ ਹੀ ਨਿਕਾਹ ਪੜ ਲੈਣਗੇ, ਭਾਵ ਧੱਕੇ ਨਾਲ ਹੀ। ਸੋ ਉਹਨਾਂ ਨੂੰ ਇਸਤਰੀਆਂ ਨੂੰ ਆਪਣੇ ਘਰ ਪਾ ਲੈਣਗੇ। ਅੰਗਨਾ ਸੁੰਦਰ ਦੇਖ ਲੁਭਾਈ, ਸੁੰਦਰ ਇਸਤਰੀਆਂ ਵੇਖ ਕਰਕੇ ਮਨ ਲਾਲਚੀ ਹੋ ਜਾਣਗੇ। ਬਲ ਸੋ ਭੋਗੇ ਲੇਹ ਮੰਗਾਈ, ਔਰ ਜ਼ੋਰ ਦੇ ਨਾਲ ਮੰਗਾ ਕਰਕੇ ਉਹਨਾਂ ਨੂੰ ਭੋਗਣਗੇ। ਪੜੇ ਕਤੇਬਾਂ ਮੁਸਲਮਾਨੀ, ਜੋ ਮੁਸਲਮਾਨੀਆਂ ਕਤੇਬਾਂ ਪੜ੍ਹਦੇ ਹਨ, ਕਹੈ ਖੁਦਾਏ ਸਰਬ ਮਹਿ ਜਾਨੀ। ਸੋ ਉਹ ਕਤੇਬਾਂ ਦੇ ਵਿੱਚ ਜਾਂ ਇਹਨਾਂ ਕਿਤਾਬਾਂ ਦੇ ਵਿੱਚ ਜੋ ਪੜ੍ਹਦੇ ਆ ਕਿ ਖੁਦਾ ਸਾਰਿਆਂ ਦੇ ਵਿੱਚ ਹੈ। ਦੇਤ ਗਰੀਬਨ ਕਉ ਦੁਖ ਭਾਰੀ, ਪਰ ਪੜ੍ਹ ਕਰਕੇ ਕਿਤਾਬਾਂ ਫਿਰ ਵੀ ਗਰੀਬਾਂ ਨੂੰ ਭਾਰੀ ਦੁੱਖ ਦਿੰਦੇ ਹਨ। ਤਿਹ ਕੋ ਫਲ ਹੋਏ ਕਸ਼ਟ ਅਪਾਰੀ, ਜੋ ਪੜ੍ਹਿਆ ਹੈ ਪਰ ਮੰਨਿਆ ਨਹੀਂ, ਇਸ ਕਰਕੇ ਇਹਨਾਂ ਨੂੰ ਇਹਦਾ ਫਲ ਭਾਰੀ ਦੁੱਖ ਮਿਲੇਗਾ। ਜਬ ਇਹ ਮਾਰ ਪਰ ਹੈ ਤਿਨ ਤਾਈ, ਜਦੋਂ ਇਹਨਾਂ ਦੇ ਤਾਈ ਭਾਰੀ ਮਾਰ ਪਵੇਗੀ, ਹੇ ਖੁਦਾਏ ਕਿਆ ਕਰਹਿ ਅਲਾਈ। ਉਸ ਵੇਲੇ ਕਹਿਣਗੇ, ਹੇ ਖੁਦਾ ਇਹ ਕੀ ਹੋਇਆ, ਇਹ ਸਾਡੇ ਨਾਲ ਕਿਉਂ ਵਰਤਿਆ। ਦੋਹਰਾ ਨੀਚ ਜਾਤ ਪੁਨ ਹਿੰਦੁਣੀ, ਗਹਿ ਮੰਗਵਾਵੇ ਸੋਏ। ਇਸੇ ਤਰ੍ਹਾਂ ਜਿੱਥੇ ਮੁਸਲਮਾਨੀਆਂ ਨੂੰ ਸਜ਼ਾ ਮਿਲੇਗੀ, ਨੀਚ ਜਾਤ ਵਾਲੀਆਂ ਜਿੰਨੀਆਂ ਉਹਨਾਂ ਨੂੰ ਵੀ ਨਾਲ ਹੀ ਹਿੰਦਵਾਣੀਆਂ ਨੂੰ ਵੀ ਪਕੜ ਕਰਕੇ ਮੰਗਾ ਲੈਣਗੇ ਜ਼ੋਰ ਨਾਲ। ਗਾਏ ਖੂਨ ਕੇ ਸੋਹਿਲੇ, ਰਤ ਕਾ ਕੋਂਗੂ ਹੋਏ। ਸੋ ਖੂਨ ਦੇ ਸੋਹਿਲੇ ਗੀਤ ਗਾਉਣਗੇ। ਵਿਆਹ ਵੇਲੇ ਜਿਹੜੇ ਗੀਤ ਗਾਉਂਦੇ ਨੇ, ਸਿੱਠਣੀਆਂ ਗਾਉਂਦੀਆਂ ਇੱਕ ਦੂਜੇ ਨੂੰ ਦਿੰਦੇ ਆ, ਜਾਂ ਹੋਰ ਜਿਹੜੇ ਗੀਤ ਗਾਉਂਦੇ ਆ ਵਿਆਹ ਵੇਲੇ, ਉਹਨੂੰ ਸੋਹਿਲੇ ਕਹਿੰਦੇ ਆ। ਸੋਹਿਲੇ ਜਿਹੜੇ ਆ ਉਹ ਇਸ ਤਰ੍ਹਾਂ ਖੂਨ ਦੇ ਹੀ ਗਾਉਣਗੇ, ਔਰ ਖੂਨ ਲਾਹੂ ਦਾ ਹੀ ਕੁੰਗੂ ਕੇਸਰ ਪਾਇਆ ਜਾਏਗਾ। ਚੌਪਈ ਲਾਲੋ ਬੈਠੋ ਹੁਤੋ ਅਗਾਰੀ, ਭਾਈ ਲਾਲੋ ਜੀ ਸਤਿਗੁਰੂ ਜੀ ਦੇ ਸਨਮੁਖ ਬੈਠਾ ਸੀ। ਸੁਨ ਬੂਝਨ ਹਿਤ ਗਿਰਾ ਉਚਾਰੀ, ਪੁੱਛਣ ਵਾਸਤੇ ਸੁਣ ਕੇ ਭਾਈ ਲਾਲੋ ਜੀ ਕਹਿਣ ਲੱਗੇ, ਮੁਗਲੇ ਆਵੇ ਕਰੇ ਲੜਾਈ। ਸੱਚੇ ਪਾਤਸ਼ਾਹ ਜੋ ਮੁਗਲ ਆਉਣਗੇ ਲੜਾਈ ਕਰਨਗੇ। ਜਾਂ ਕੀ ਬ੍ਰਿਥਾ ਕਹੋ ਜਗਰਾਈ, ਸੱਚੇ ਪਾਤਸ਼ਾਹ ਉਹਨਾਂ ਦੀ ਸਾਰੀ ਹਾਲਤ ਦੱਸੋ। ਕਬ ਲਓ ਰਾਜ ਕਰੈ ਜਗ ਮਾਹੀ, ਕਦੋਂ ਤੱਕ ਆ ਕਰਕੇ ਇੱਥੇ ਇਸ ਜੱਗ ਦੇ ਵਿੱਚ, ਇਸ ਭਾਰਤ ਵਿੱਚ ਰਾਜ ਕਰਨਗੇ। ਹੁਣ ਧਰਨੀ ਤੇ ਸੋ ਕਬ ਜਾਹੀ, ਫਿਰ ਇਥੋਂ ਇਸ ਧਰਤੀ ਤੋਂ ਕਦੋਂ ਵਾਪਸ ਜਾਣਗੇ, ਅਥਵਾ ਰਾਜ ਤੋਂ ਹੀਣੇ ਹੋਣਗੇ। ਖਾਨ ਮਹਾ ਮਦ ਅੰਧ ਰਵਾਵੇ ਸੋ ਇਹ ਖਾਨ ਜਿਹੜੇ ਆ ਨਾ ਪਠਾਨ, ਬਹੁਤੇ ਹੀ ਹੰਕਾਰ ਦੇ ਵਿੱਚ ਅੰਨੇ ਹੋਏ ਰਹਿੰਦੇ ਜੋ ਹਨ। ਕਰੀ ਅਵਗਿਆ ਤਾਂ ਸਫਲ ਪਾਵੇ, ਇਹਨਾਂ ਨੇ ਜਿਸ ਪ੍ਰਕਾਰ ਅਵਗਿਆ ਕੀਤੀ ਤਾਸ ਫਲ ਪਾਵੇ, ਉਹ ਜਿਹਾ ਫਲ ਪ੍ਰਾਪਤ ਕਰਨਗੇ। ਦੋਹਰਾ ਲਾਲੋ ਤੇ ਸੁਨ ਸ਼ਰੋਨ ਮਹਿ, ਪੁਨ ਭਾਖੇ ਬਚ ਕਰੂਰ। ਭਾਈ ਲਾਲੋ ਜੀ ਤੋਂ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫੇਰ ਜੋ ਹੋਣੀ ਵਰਤਣੀ ਹੈ ਨਾ, ਉਹ ਕਰੜੇ ਬਚਨ ਕਹੇ ਹਨ। ਕਹਿਤਿਓ ਜਿਨ ਕੇ ਖਾਨ ਕੀ, ਦਈ ਸਫਾ ਕਰ ਦੂਰ। ਇਹਨਾਂ ਬਚਨਾਂ ਨੂੰ ਕਹਿਣ ਦੇ ਨਾਲ ਜਿਨ੍ਹਾਂ ਪਠਾੜਾਂ ਦੀ ਸਾਰੀ ਸਫਾ ਦੂਰ ਕਰ ਦਿੱਤੀ ਹੈ। ਸ੍ਰੀ ਮੁਖ ਵਾਕ ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਅਸੀਂ ਮਾਸਪੁਰੀਏ ਸਰੀਰ ਦੇ ਵਿੱਚ ਬੈਠ ਕਰਕੇ ਸਾਹਿਬ ਮਾਲਕ ਪਰਮੇਸ਼ਰ ਦੇ ਗੁਣ ਗਾ ਰਹੇ ਹਨ। ਮਸਲਾ ਇਹ ਦੱਸਿਆ ਹੈ, ਅਥਵਾ ਇਹ ਦੱਸਿਆ ਵਾਹਿਗੁਰੂ ਜੀ ਦੇ ਗੁਣ ਅਸੀਂ ਗਾ ਰਹੇ ਹਾਂ, ਨਾਲ ਦੱਸ ਰਹੇ ਹਾਂ ਮਸਲਾ ਇਹ ਦੱਸ ਰਹੇ ਹਾਂ ਕਿ ਇਹ ਸਾਰੀ ਪੁਰੀ ਵਿੱਚ ਮਾਸ ਹੀ ਮਾਸ ਖਿਲਰ ਜਾਏਗਾ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਜਿਸ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਦੁਨੀਆ ਪੈਦਾ ਕੀਤੀ ਹੈ, ਬਹੁਤ ਹੀ ਆਨੰਦ ਬਖਸ਼ੇ ਆਨੰਦਾਂ ਦੇ ਵਿੱਚ ਇਹਨੂੰ ਪਾਇਆ ਹੈ, ਸੋ ਉਹੀ ਇਹਨੂੰ ਰਵਾਏਗਾ ਹੁਣ, ਔਰ ਬੈਠੇ ਆਪ ਵੱਖਰਾ ਹੋ ਕੇ ਤੋਂ ਬੈਠਾ ਵੇਖੇਗਾ।
ਸੱਚਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਆਉ ਕਰੇ ਗੋ ਮਸੋਲਾ। ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨਾ ਕਿ ਪਰਮੇਸ਼ਰ ਨੇ ਪੈਦਾ ਕੀਤੀ ਫਿਰ ਇਹਨੂੰ ਆਨੰਦ ਬਖਸ਼ੇ ਫਿਰ ਇਹਨੂੰ ਰਵਾਰਿਆ। ਨਹੀਂ ਭਾਈ, ਉਹਦਾ ਸੱਚਾ ਨਿਆਉ ਹੈ, ਸੱਚਾ ਪਰਮੇਸ਼ਰ ਹੈ ਔਰ ਉਹਦਾ ਨਿਆਂ ਸੱਚਾ ਹੈ, ਸੱਚਾ ਹੀ ਨਿਆਂ ਕਰੇਗਾ ਭਾਈ। ਮਸੋਲਾ ਇਹ ਤੁਹਾਨੂੰ ਮਸਲਾ ਦੱਸਿਆ ਹੈ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ। ਜਦੋਂ ਇਹ ਸਰੀਰ ਰੂਪੀ ਕੱਪੜੇ ਟੁਕੜੇ ਟੁਕੜੇ ਹੋਣਗੇ ਤਦੋਂ ਫਿਰ ਇਹ ਹਿੰਦੁਸਤਾਨ ਦੇ ਲੋਕ ਸਾਡੇ ਇਹਨਾਂ ਬਚਨਾਂ ਨੂੰ ਸੰਭਾਲਣਗੇ, ਯਾਦ ਕਰਨਗੇ। ਆਵਨ 78 ਜਾਨ 97, ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਭਾਈ ਲਾਲੋ ਜੀ ਨੇ ਪੁੱਛਿਆ, ਮਹਾਰਾਜ ਕਿੰਨਾ ਚਿਰ ਕਦੋਂ ਆਉਣਗੇ ਤੇ ਕਿੰਨਾ ਚਿਰ ਰਹਿਣਗੇ? ਮਹਾਰਾਜ ਜੀ ਨੇ ਬਚਨ ਕੀਤੇ ਆਵਨ 78, ਇਹ 1578 ਵਿੱਚ ਆਉਣਗੇ, ਜਾਨ 97 ਔਰ 1797 ਦੇ ਵਿੱਚ ਜਾਣਗੇ। ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਤਦੋਂ ਸਾਡੇ 10ਵੇਂ ਸਰੂਪ ਮਰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਰਦ, ਉਹਨਾਂ ਦਾ ਚੇਲਾ, ਖਾਲਸਾ ਪੈਦਾ ਹੋਵੇਗਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸੱਚੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ, ਅਸੀਂ ਕਹਿ ਰਹੇ ਹਾਂ। ਔਰ ਸੱਚ ਸੁਣਾਏ ਸੀ, ਸੱਚੇ ਇਹ ਬਚਨ ਸੁਣਾ ਰਹੇ ਹਾਂ। ਸੱਚ ਕੀ ਬੇਲਾ, ਇਹ ਅੰਮ੍ਰਿਤ ਵੇਲਾ ਸੱਚ ਨਾ ਹੁੰਦਾ ਨਾ, ਅੰਮ੍ਰਿਤ ਵੇਲਾ ਸੱਚੇ ਨਾਮ ਨੂੰ ਉਚਾਰਨ ਦਾ ਹੁੰਦਾ, ਜਾਂ ਅੰਮ੍ਰਿਤ ਵੇਲੇ ਨੂੰ ਸੱਚਾ ਵੇਲਾ ਕਿਹਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਅਸੀਂ ਸੱਚ ਦੀ ਵੇਲਾ, ਇਹ ਸੱਚੇ ਵੇਲੇ ਇਹ ਸੱਚ ਬਾਣੀ ਉਚਾਰ ਰਹੇ ਹਾਂ। ਦੋਹਰਾ ਸ੍ਰੀ ਨਾਨਕ ਪੂਰਨ ਪੁਰਖ, ਸਾਹਿਬ ਕੇ ਗੁਣ ਗਾਏ। ਕਵੀ ਜੀ ਹੁਣ ਆਪਣੀ ਕਵਿਤਾ ਵਿੱਚ ਇਹਨਾਂ ਸ਼ਬਦਾਂ ਦੀ ਵਿਆਖਿਆ ਕਰ ਰਹੇ ਆ ਸੰਖੇਪ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪੂਰਨ ਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਹੇ ਹਨ। ਦੇਹ ਇਨਾ ਕੀ ਜੀਅ ਜੋ ਭਿੰਨ ਭਿੰਨ ਹੋਇਆ ਜਾਏ। ਮਹਾਰਾਜ ਜੀ ਨੇ ਬਚਨ ਕੀਤੇ ਕਿ ਇਹਨਾਂ ਦੇ ਸਰੀਰ ਤੇ ਆਤਮਾ ਜਦੋਂ ਵੱਖਰੀ ਵੱਖਰੀ ਹੋ ਜਾਏਗੀ, ਭਾਵੇਂ ਮਰ ਜਾਣਗੇ। ਚੌਪਈ ਮਾਸਪੁਰੀ ਇਹ ਥਲ ਹੋਏ ਜਾਵੇ। ਇਹ ਸਾਰਾ ਥਾਂ ਮਾਸ ਦੇ ਨਾਲ ਭਰ ਜਾਏਗਾ। ਇੱਥੇ ਸਾਰੇ ਥਾਵਾਂ ਤੇ ਮਾਸ ਹੀ ਖਿਲਰਿਆ ਹੋਵੇਗਾ, ਮਾਸਪੁਰੀ ਬਣ ਜਾਏਗਾ। ਇਸ ਬਿਦ ਮਸਲਾ ਕਰ ਦਿਖਰਾਵੇ। ਇਸ ਪ੍ਰਕਾਰ ਦੇ ਇਹ ਵਾਕ ਇਹ ਕਰਕੇ ਵਿਖਾਉਣਗੇ। ਜਿਸਨੇ ਸਰਬ ਜਗਤ ਉਪਜਾਇਓ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਅਨਕ ਪ੍ਰਕਾਸ਼ ਰੰਗ ਦਿਖਰਾਇਓ, ਔਰ ਅਨੇਕਾਂ ਪ੍ਰਕਾਰ ਦਾ ਪ੍ਰਕਾਸ਼ ਰੰਗ ਇਹ ਸਾਰੇ ਆਨੰਦ ਵਿਖਾਏ ਹਨ। ਤਿਸ ਸਾਹਿਬ ਤੇ ਹੋਏ ਪ੍ਰਤਕੂਲੇ, ਉਸ ਮਾਲਕ ਪਰਮੇਸ਼ਰ ਤੋਂ ਇਹ ਉਲਟ ਚੱਲਦੇ ਹਨ ਲੋਕ। ਵਿਸ਼ਿਆਨ ਮਹਿ ਫਸ ਸਭ ਸੁਧ ਭੂਲੇ, ਔਰ ਵਿਸ਼ੇ ਵਿਕਾਰਾਂ ਵਿੱਚ ਲੱਗੇ ਹੋਏ ਸਾਰੀ ਪਰਮੇਸ਼ਰ ਦੀ ਖਬਰ ਭੁੱਲੇ ਹਨ। ਵਿਖੇ ਸੋ ਨਿਆਰੋ ਹੋਏ ਤਮਾਸ਼ੋ, ਉਹ ਪਰਮੇਸ਼ਰ ਹੁਣ ਇਹਨਾਂ ਦਾ ਵੱਖਰਾ ਹੋ ਕਰਕੇ ਇਹਨਾਂ ਤੋਂ ਤਮਾਸ਼ਾ ਵੇਖੇਗਾ। ਸੱਚਾ ਸਾਹਿਬ ਨਿਆਉ ਸੱਚਾ ਸੋ, ਉਹ ਮਾਲਕ ਸੱਚਾ ਹੈ ਔਰ ਸੱਚੇ ਮਾਲਕ ਦਾ, ਸੱਚੇ ਸਾਹਿਬ ਦਾ ਨਿਆਮ ਹੀ ਸੱਚਾ ਹੈ। ਮਸਲੇ ਮੂਜਬ ਕਰ ਹੈ ਸੋਈ, ਜੋ ਵੀ ਮਸਲਾ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਸਹੀ ਕਰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਈ, ਕੋਈ ਬੇਨਿਆਇ ਨਹੀਂ ਕਰਦਾ। ਇਹ ਸਰੀਰ ਰੂਪੀ ਕੱਪੜਾ ਜੋ ਹੈ ਜਦੋਂ ਟੁਕੜੇ ਟੁਕੜੇ ਹੋ ਗਏ, ਜਾ
ਜਸ ਅਗ ਕੀ ਤਸ ਹੋਇ ਦੁਖ ਭਾਰੀ। ਜਿਹੋ ਜੇ ਇਹਨਾਂ ਨੇ ਪਾਪ ਕੀਤੇ ਉਹੋ ਜਿਹਾ ਭਾਰੀ ਇਹਨਾਂ ਨੂੰ ਦੁੱਖ ਪ੍ਰਾਪਤ ਹੋਵੇਗਾ। ਸ਼੍ਰੋਨਿਤ ਪਸਰੇ ਧਰਨ ਮਝਾਰੀ। ਸਾਰੀ ਧਰਤੀ ਉੱਪਰ ਲਹੂ ਪਸਰ ਜਾਏਗਾ, ਖਿਲਰ ਜਾਏਗਾ। ਦੋਹਰਾ ਹਿੰਦੁਸਤਾਨ ਕੋ ਬੋਲ ਜੋ ਆਨ ਸੰਭਾਲੇ ਸੋਏ। ਸੋ ਇੱਥੇ ਜੋ ਹਿੰਦੁਸਤਾਨ ਹੈ ਨਾ, ਇਹਦੀ ਬੋਲੀ ਨੂੰ ਆ ਕਰਕੇ ਉਹ ਸੰਭਾਲ ਲੈਣਗੇ। 15 ਸੈ ਪੁਨ 78 ਆਵਨ ਤਿਨ ਕੋ ਹੋਏ। ਇੱਥੇ ਬੋਲ ਦੇ ਅਰਥ ਰਾਜ ਵੀ ਕੀਤਾ ਹੈ। ਬੋਲ ਦਾ ਅਰਥ ਰਾਜ ਕਰਕੇ ਇਹਦਾ ਅਰਥ ਇਉਂ ਬਣਿਆ ਕਿ ਹਿੰਦੁਸਤਾਨ ਦਾ ਰਾਜ ਜਦੋਂ ਆ ਕੇ ਸੰਭਾਲ ਲੈਣਗੇ, ਉਹ ਸਮਾਂ ਹੈ 1578। ਚੌਪਈ 17 ਸੈ 97 ਮਾਹੀ। ਔਰ 1797 ਦੇ ਵਿੱਚ ਸਫਾ ਦੂਰ ਤਿਨ ਕੀ ਹੋਇ ਜਾਹੀ। ਇਹਨਾਂ ਦੀ ਜੋ ਸਫਾ ਹੈ, ਇਹਨਾਂ ਦਾ ਰਾਜ ਦੂਰ ਹੋ ਜਾਏਗਾ। 200 ਬਹੁਰੋ ਬਰਖ 19 219 ਵਰੇ ਜੋ ਸਾਰਾ ਸਮਾਂ ਹੈ। ਕਰਹਿ ਰਾਜ ਹੋਵੇ ਅਵਨੀਸ਼ੰ। ਇੱਥੇ ਰਾਜੇ ਬਣ ਕੇ ਇਸ ਧਰਤੀ ਦਾ ਰਾਜ ਕਰਨਗੇ। ਨਰ ਅਵਤਾਰ ਹਮਾਰਾ ਹੋਏ। ਔਰ ਸਾਡਾ ਜੋ ਨਰ ਅਵਤਾਰ ਹੋਵੇਗਾ, ਚੇਲਾ ਤਾਹੇ ਖਾਲਸਾ ਜੋਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਚੇਲਾ ਖਾਲਸਾ ਹੈ। 10 ਪਾਤਸ਼ਾਹੀ ਕਰਹੁ ਜਬ ਹੀ। ਜਦੋਂ ਅਸੀਂ 10 ਪਾਤਸ਼ਾਹੀਆਂ ਕਰਾਂਗੇ, 10 ਪਾਤਸ਼ਾਹੀਆਂ ਸੋ ਹੋ ਕਰਕੇ ਪੀਛਾ ਹੋਏ ਖਾਲਸਾ ਤਬ ਹੀ। ਪਿੱਛੋਂ ਫਿਰ ਗੁਰੂ ਕਾ ਖਾਲਸਾ ਇਸ ਧਰਤੀ ਦਾ ਮਾਲਕ ਬਣੇਗਾ। ਸਨੈ ਸਨੈ ਸੋ ਲੇਵੇ ਸ਼ੀਨੰ। ਹੌਲੀ ਹੌਲੀ ਸਾਰਾ ਰਾਜ ਇਹਨਾਂ ਤੋਂ ਖੋਹ ਲਏਗਾ। ਤਬ ਤੁਰਕਨ ਹੋਵੇ ਬਲਹੀਨੰ। ਤਦੋਂ ਫਿਰ ਇਹ ਤੁਰਕ ਰਾਜ ਬਲ ਤੋਂ ਹੀਣੇ ਹੋ ਜਾਣਗੇ। ਕਰਹਿ ਪਰਸ ਪਰ ਮੇਲ ਜੇ ਸੋਊ। ਉਹ ਖਾਲਸਾ ਸਾਡਾ ਜੇ ਆਪਸ ਵਿੱਚ ਮੇਲ ਮਿਲਾਪ ਰੱਖੇਗਾ, ਬਦੈ ਰਾਜ ਦੁਸ਼ਟਨ ਘਰ ਖੋਊ। ਤਾਂ ਗੁਰੂ ਕੇ ਖਾਲਸੇ ਦਾ ਬੜਾ ਭਾਰੀ ਰਾਜ ਵਧੇਗਾ, ਦੁਸ਼ਟਾਂ ਦੇ ਘਰ ਨੂੰ ਨਾਸ਼ ਕਰ ਦੇਗਾ। ਆਪਸ ਮਹਿ ਜੇ ਕਰਹਿ ਲੜਾਈ। ਪਰ ਜੇ ਆਪਸ ਵਿੱਚ ਲੜਨਗੇ ਮਿਲ ਕਰਕੇ ਇਕੱਠੇ ਹੋ ਕੇ, ਰਿਸ ਬਸ ਹੋਏ ਕੈ ਸੋ ਦੁਖ ਪਾਈ। ਸੋ ਇਸ ਤਰ੍ਹਾਂ ਕ੍ਰੋਧ ਵਸ ਹੋ ਕਰਕੇ ਫਿਰ ਦੁੱਖ ਪ੍ਰਾਪਤ ਕਰਨਗੇ। ਨਾਨਕ ਬਾਣੀ ਸੱਚ ਵਖਾਨਹਿ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸੱਚੀ ਬਾਣੀ ਕਹਿ ਰਹੇ ਹਨ, ਉਚਾਰ ਰਹੇ ਹਨ। ਪ੍ਰਗਟ ਹੋਇ ਨਰ ਤਬ ਹੀ ਜਾਣਹਿ। ਜਦੋਂ ਇਹ ਸਾਰਾ ਕੁਝ ਪ੍ਰਗਟ ਹੋਵੇਗਾ, ਸੋ ਦੁਨੀਆ ਦੇ ਲੋਕ ਉਸ ਵੇਲੇ ਜਾਣਨਗੇ। ਸਰਬ ਖਾਨ ਅਬ ਹੋਏ ਨਿਦਾਨਾ। ਸਾਰੇ ਖਾਨਾਂ ਦਾ ਇੱਥੇ ਏਮਨਾਬਾਦ ਵਿੱਚ ਹੁਣ ਅੰਤ ਹੋ ਜਾਏਗਾ। ਚਲੇ ਤੁਫੰਗ ਕਟਾਰ ਕਿਰਪਾਨਾ। ਇੱਥੇ ਤਫੰਗ, ਬੰਦੂਕਾਂ, ਕਟਾਰਾਂ, ਕਿਰਪਾਨਾਂ ਚੱਲਣਗੀਆਂ। ਪੁਰ ਲੁੱਟ ਜਾਏ ਤਰਾਸ ਬਹੁ ਹੋਈ। ਸਾਰਾ ਨਗਰ ਲੁੱਟਿਆ ਜਾਏਗਾ, ਬਹੁਤ ਭਾਰੀ ਡਰ ਪ੍ਰਾਪਤ ਹੋਵੇਗਾ। ਨਹੀਂ ਸਬੂਤ ਬਚੈ ਅਬ ਕੋਈ। ਇੱਥੇ ਕੋਈ ਵੀ ਸਾਬਤ ਨਹੀਂ ਬਚੇਗਾ ਹੁਣ। ਇਹ ਪ੍ਰਸੰਗ ਸਭ ਗੁਰੂ ਬਖਾਨਾ। ਕਵੀ ਜੀ ਦੱਸਦੇ ਆ ਕਿ ਇਹ ਸਾਰਾ ਪ੍ਰਸੰਗ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣੇ ਸ੍ਰੀ ਮੁਖ ਤੋਂ ਕਿਹਾ ਹੈ। ਸੁਨਤ ਹੋਤੋ ਇੱਕ ਦਿਜ ਮਤਵਾਨਾ। ਇਸ ਪ੍ਰਸੰਗ ਨੂੰ ਇੱਕ ਸ੍ਰੇਸ਼ਟ ਮਤ ਵਾਲਾ ਬਾਹਮਣ ਸੁਣ ਰਿਹਾ ਸੀ। ਇਹ ਪ੍ਰਸੰਗ ਲਖਿਓ ਕੇ ਸੰਤ ਸਪੂਰਨ ਕੋਈ। ਉਹਨੇ ਜਾਣਿਆ ਕਿ ਇਹ ਕੋਈ ਸੰਪੂਰਨ ਮਹਾਤਮਾ ਹਨ, ਸੰਤ ਹਨ। ਉਚਰਿਓ ਸ਼ਬਦ ਗਜਬ ਕਾ ਜੋਈ। ਸੋ ਇਹ ਪੂਰਨ ਮਹਾਤਮਾ ਨੇ ਗਜਬ ਦਾ ਸ਼ਬਦ ਉਚਾਰਨ ਕੀਤਾ ਹੈ। ਔਰ ਡਰ ਧਰ ਕੇ ਸਦਨ ਸਿਧਾਰਾ। ਆਪਣੇ ਹਿਰਦੇ ਵਿੱਚ ਡਰ ਧਾਰ ਕੇ ਘਰ ਵਿੱਚ ਗਿਆ ਹੈ। ਆਨਿਓ ਬਹੁ ਪਕਵਾਨ ਆਹਾਰਾ। ਘਰ ਵਿੱਚੋਂ ਬਹੁਤ ਹੀ ਮਿੱਠੇ ਭੋਜਨ ਜੋ ਮਠਿਆਈਆਂ ਬੜੀਆਂ ਸੀ ਲੈ ਕੇ ਆਇਆ ਹੈ। ਹੋਏ ਦੀਨ ਧਰ ਦੀਨ ਅਗਾਰੀ। ਇਹਦੇ ਘਰ ਵਿੱਚ ਲੜਕੀ ਦਾ ਵਿਆਹ ਹੋਇਆ ਸੀ, ਇਸ ਕਰਕੇ ਮਠਿਆਈਆਂ ਪਈਆਂ ਸਨ। ਆ ਕਰਕੇ ਦੀਨ ਹੋ ਕਰਕੇ ਉਹ ਭੋਜਨ ਸਤਿਗੁਰਾਂ ਦੇ ਅੱਗੇ ਰੱਖਿਆ ਹੈ। ਹਾਥ ਜੋੜ ਕੇ ਗਿਰਾ ਉਚਾਰੀ। ਔਰ ਹੱਥ ਜੋੜ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗਾ। ਇਹੋ ਆਹਾਰ ਦੇਹੋ ਸੰਤਨ ਖਵਾਈ। ਸੱਚੇ ਪਾਤਸ਼ਾਹ
ਇਹ ਭੋਜਨ ਲਾਓ ਤੇ ਸੰਤਾਂ ਨੂੰ ਆਪ ਜੀ ਕਿਰਪਾ ਕਰਕੇ ਖਵਾ ਦਿਓ। ਤ੍ਰਿਪਤੈ ਸਰਬ ਸ਼ੁਦਾ ਮਿਟ ਜਾਈ, ਸਾਰੇ ਹੀ ਰੱਜ ਜਾਣਗੇ, ਭੁੱਖ ਮਿਟ ਜਾਏਗੀ। ਰਾਵਰ ਸ਼ਬਦ ਜੋ ਭਾਖਿਓ ਕਰੂਰਾ, ਔਰ ਨਾਲ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀ ਨੇ ਜੋ ਕਰੜਾ ਬਚਨ ਕਹੇ ਹਨ, ਸ਼ਬਦ ਉਚਾਰਿਆ ਹੈ, ਲੁੱਟਨ ਨਗਰ ਖਾਨਨ ਹਿਤ ਦੂਰਾ, ਸੋ ਉਹ ਜੋ ਖਾਨਾ ਦੇ ਦੂਰ ਹੋਣ ਦਾ, ਸਾਰੇ ਨਗਰ ਨੂੰ ਲੁੱਟਣ ਦਾ ਆਪ ਜੀ ਨੇ ਦੱਸਿਆ ਹੈ। ਸੋ ਨਿਜ ਬਚਨ ਫੇਰ ਕਰ ਦੀਜੈ, ਉਹ ਆਪਣੇ ਵਚਨ ਆਪ ਜੀ ਕਿਰਪਾ ਕਰਕੇ ਮੋੜ ਲਓ। ਮਹਾਂਪੁਰਖ ਤੁਮ ਕਰੁਣਾ ਕੀਜੈ, ਆਪ ਜੀ ਮਹਾਂਪੁਰਖ ਹੋ, ਕਿਰਪਾ ਕਰੋ। ਚੱਲ ਆਇਓ ਮੈਂ ਸ਼ਰਨ ਤੁਮਾਰੀ, ਮੈਂ ਆਪ ਜੀ ਦੀ ਸ਼ਰਨ ਚੱਲ ਕੇ ਆਇਆ ਹਾਂ। ਅਬ ਹਮਰੀ ਕੀਜੈ ਰਖਵਾਰੀ, ਕਿਰਪਾ ਕਰੋ ਹੈ ਦੀਨ ਦਿਆਲ, ਹੁਣ ਸਾਡੀ ਰਾਖੀ ਕਰੋ ਆਪ ਜੀ। ਸ੍ਰੀ ਗੁਰ ਕਹੈ ਸੁਨੋ ਦਿਜ ਐਸੇ, ਧੰਨ ਗੁਰੂ ਗਰੀਬ ਨਵਾਜ ਜੀ ਨੇ ਸ਼੍ਰੀ ਮੁਖ ਤੋਂ ਫਰਮਾਇਆ, ਹੈ ਬ੍ਰਾਹਮਣ ਇਸ ਪ੍ਰਕਾਰ ਕਰ। ਸੰਤ ਬਚਨ ਹੈ ਗਜ ਰਥ ਜੈਸੇ, ਦੇਖ ਜੋ ਸੰਤਾਂ ਦੇ ਬਚਨ ਹਨ, ਉਹ ਹਾਥੀ ਦੇ ਦੰਦਾਂ ਦੇ ਵਾਂਗ ਹਨ। ਏਕ ਬਾਰ ਜੇ ਵਹਿਰ ਨਿਕਾਸੇ, ਹਾਥੀ ਦੇ ਦੰਦ ਇੱਕ ਵਾਰ ਜਦੋਂ ਬਾਹਰ ਨਿਕਲ ਜਾਂਦੇ ਆ, ਪੁਨ ਪ੍ਰਵੇਸ਼ੈ ਨਹਿ ਕਰੇ ਪ੍ਰਿਆਸੇ, ਬਹੁਤ ਯਤਨ ਕਰਨ ਦੇ ਨਾਲ ਵੀ ਫਿਰ ਉਹ ਵਾਪਸ ਨਹੀਂ ਪ੍ਰਵੇਸ਼ ਹੁੰਦੇ ਹਨ। ਦੋਹਰਾ ਖਾਨਨ ਸਭ ਕੋ ਅੰਤ ਹੋਇ, ਬਚੈ ਨ ਇਹ ਥਲ ਕੋਏ, ਸਾਰੇ ਪਠਾਣਾਂ ਦਾ ਹੁਣ ਅੰਤ ਹੋਵੇਗਾ, ਇਸ ਸਥਾਨ ਤੇ ਕੋਈ ਵੀ ਬਚੇਗਾ ਨਹੀਂ। ਬਖਸ਼ਿਓ ਤੂੰ ਅਬ ਜਾਵਈ, ਮਿਲਿਓ ਦੀਨ ਮਨ ਹੋਏ, ਤੂੰ ਦੀਨਵਾਨ ਹੋ ਕਰਕੇ ਮਿਲਿਆ, ਇਸ ਕਰਕੇ ਤੂੰ ਬਖਸ਼ਿਆ ਜਾ ਹੁਣ। ਚਉਪਈ ਹੇਦ ਜਲਾਲੋ ਮਿਲ ਕੇ ਦੋ, ਇਹ ਬ੍ਰਾਹਮਣ ਭਾਈ ਲਾਲੋ ਨਾਲ ਮਿਲ ਕਰਕੇ ਤੁਸੀਂ ਦੋਵੇਂ ਕਹੈ ਜੇ ਬਚਨ ਕਰੋ ਅਬ ਸੋ, ਜੋ ਅਸੀਂ ਬਚਨ ਕਹਿੰਦੇ ਹਾਂ ਉਹ ਕਰਨਾ ਕਰੋ। ਨਿਜ ਪਰਿਵਾਰ ਲਿਓ ਸੰਗਾਰੇ, ਆਪਣਾ ਪਰਿਵਾਰ ਨਾਲ ਲੈ ਕਰਕੇ ਆਪਣੀ ਸਭ ਹੀ ਵਸਤ ਸੰਭਾਰੇ, ਆਪਣੀਆਂ ਸਾਰੀਆਂ ਵਸਤੂਆਂ ਨੂੰ ਸੰਭਾਲ ਕਰਕੇ। ਚਤਰ ਕੋਸ ਪਰ ਅਬ ਤੁਮ ਜਾਈ, ਚਾਰ ਕੋ ਇੱਥੇ ਹੁਣ ਤੂੰ ਚਲਾ ਜਾ, ਇੱਥੋਂ ਦੂਰ ਚਲਾ ਜਾ। ਸ਼ੁਸ਼ਕ ਤੜਾਗ ਪਿਖੋ ਤਿਹ ਥਾਈ, ਉੱਥੇ ਸੁੱਕਾ ਤੜਾਗ ਤਲਾ ਹੈ, ਵੇਖ ਕਰਕੇ ਬੈਠੇ ਰਹੀਏ ਸਹਿਤ ਕੁਟੰਬਾ, ਆਪਣੇ ਪਰਿਵਾਰ ਦੇ ਸਹਿਤ, ਪਰਿਵਾਰ ਦੇ ਸਮੇਤ ਉੱਥੇ ਬੈਠੇ ਰਹੋ। ਪੁਰਖੋ ਸ਼ੋਰ ਹੋ ਬਿਨਾ ਬਿਲੰਬਾ, ਬਿਨਾਂ ਦੇਰੀ ਤੋਂ ਇਸ ਨਗਰ ਨੂੰ ਛੱਡ ਦਿਓ। ਭੋਰ ਹੋਤ ਮੁਗਲਨ ਕੀ ਸੈਨਾ, ਕਿਉਂਕਿ ਸਵੇਰ ਹੋਣ ਤੇ ਇਹ ਮੁਗਲਾਂ ਦੀ ਸੈਨਾ ਇੱਥੇ ਆ ਪਹੁੰਚੇਗੀ। ਆਏ ਇਹਾਂ ਲੁੱਟੇ ਸਭ ਐਨਾ, ਆ ਕਰਕੇ ਸਾਰੇ ਘਰਾਂ ਨੂੰ ਲੁੱਟ ਲਏਗੀ। ਸਭ ਪਠਾਨ ਕੋ ਪਾਠ ਜਮ ਦੁਆਰੇ, ਸਾਰੇ ਪਠਾਣਾਂ ਨੂੰ ਜਮਾਂ ਦੇ ਘਰ ਪਹੁੰਚਾ ਦੇਣਗੇ। ਤੀਨ ਬਾਂਧ ਕਰ ਲੇਹ ਸੰਗਾਰੇ, ਔਰ ਇਹਨਾਂ ਦੀਆਂ ਘਰ ਵਾਲੀਆਂ ਨੂੰ ਬੰਨ ਕਰਕੇ ਆਪਣੇ ਨਾਲ ਲੈ ਜਾਣਗੇ। ਦੋਹਰਾ ਸੁਨ ਕਰ ਲਾਲੋ ਦਿਜ ਦੂ, ਸਤਿਆ ਲਖੇ ਸਭ ਬੈਨ, ਕਾਵੀ ਜੀ ਕਹਿੰਦੇ ਗਰੀਬ ਨਵਾਜ ਜੀ ਦੇ ਬਚਨ ਸੁਣ ਕਰਕੇ ਭਾਈ ਲਾਲੋ ਜੀ ਤੇ ਉਹ ਬਾਹਮਣ ਨੇ ਸੱਚੇ ਜਾਣੇ ਹਨ। ਦ੍ਰਿੜ ਪ੍ਰਤੀਤ ਹਿਰਦੇ ਕਰੀ, ਗਏ ਤੁਰਤ ਨਿਜ ਐਨ, ਔਰ ਸਤਿਗੁਰੂ ਜੀ ਦੇ ਬਚਨਾਂ ਤੇ ਬਹੁਤਾ ਹੀ ਭਰੋਸਾ ਕੀਤਾ ਹਿਰਦੇ ਤੋਂ, ਇਸ ਕਰਕੇ ਭਰੋਸਾ ਕਰਕੇ ਆਪਣੇ ਘਰ ਗਏ ਹਨ। ਚਉਪਈ ਆਪਣੀ ਸਭ ਸੰਭਾਰ ਸੰਭਾਰੀ, ਔਰ ਘਰ ਜਾ ਕਰਕੇ ਆਪਣੀਆਂ ਸਾਰੀਆਂ ਵਸਤੂਆਂ ਸੰਭਾਲਣਾ ਕੀਤੀਆਂ। ਲੀਨ ਸੰਗ ਭਰਾਤਾ ਸੁਤ ਨਾਰੀ, ਔਰ ਨਾਲ ਆਪਣੇ ਭਰਾ, ਘਰ ਵਾਲੀ, ਇਸਤਰੀ, ਪੁੱਤਰ ਆਦਿਕ ਸਾਰੇ ਪਰਿਵਾਰ ਨੂੰ ਲੈ ਲਿਆ। ਵਹਿਰ ਨਗਰ ਤੇ ਨਿਕਸ ਬਹੋਰੀ, ਨਗਰ ਤੋਂ ਬਾਹਰ ਨਿਕਲ ਕਰਕੇ ਫਿਰ ਪਹੁੰਚੇ ਤਿਸੀ ਠੌਰ ਕੋ ਟੋਰੀ, ਉਸੇ ਅਸਥਾਨ ਨੂੰ ਲੱਭ ਕਰਕੇ ਜਾ ਪਹੁੰਚੇ ਹਨ। ਸ੍ਰੀ ਅੰਗਦ ਜੀ ਸੁਨੋ ਅਗਾਰੀ, ਭਾਈ ਬਾਲਾ ਜੀ ਦੱਸ ਰਹੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਸੁਣੋ। ਜਸ ਬੀਤੀ ਤਸ ਕਰੋ ਉਚਾਰੀ, ਉੱਥੇ ਜਿਸ ਪ੍ਰਕਾਰ ਦੇ ਨਾਲ ਬੀਤੀ ਮੈਂ ਉਚਾਰਦਾ ਹਾਂ। ਉਤੋਂ 50 ਕੋਸ ਪਰ ਡੇਰਾ, ਕਹਿੰਦੇ ਉਸ ਵੇਲੇ ਬਾਬਰ
ਏਮਨਾਬਾਦ ਤੋਂ 50 ਕੋ ਦੂਰ ਡੇਰਾ ਸੀ। ਦਲ ਬਾਬਰ ਕੇ ਸੰਗ ਕਨੇਰਾ, ਬਾਬਰ ਦੇ ਨਾਲ ਕਾਫੀ ਦਲ ਸੀ। ਤੁਰਕੀ ਬਲੀ ਤੁਰੰਗ ਬਿਸਾਲਾ, ਔਰ ਉਹਦੇ ਕੋਲ ਸਾਰੀ ਸੈਨਾ ਕੋਲ ਤੁਰਕੀ ਬਹੁਤ ਹੀ ਬਲ ਵਾਲੇ ਘੋੜੇ ਸਨ। ਬਹੁਤ ਦੂਰ ਗਮਨੈ ਤਤਕਾਲਾ, ਜੋ ਬਹੁਤ ਦੂਰ ਛੇਤੀ ਨਾਲ ਚਲੇ ਜਾਂਦੇ, ਭਾਵ ਬਹੁਤ ਤੇਜ਼ ਭੱਜਦੇ ਹਨ। ਤੇਸ਼ਿਨ ਬਾਬਰ ਕੋ ਮਨ ਫੇਰਾ, ਸੋ ਇਹਨਾਂ ਦੇ ਕਰਮਾਂ ਨੇ ਇਹਨਾਂ ਨਾਲ ਜੋ ਹੋਣੀ ਵਰਤਣੀ ਆ ਨਾ, ਉਸ ਹੋਣੀ ਨੇ ਬਾਬਰ ਦਾ ਮਨ ਉਸੇ ਵੇਲੇ ਫੇਰ ਦਿੱਤਾ ਹੈ। ਏਮਨਾਬਾਦ ਨਗਰ ਲਿਓ ਘੇਰਾ, ਬਾਬਰ ਦੇ ਮਨ ਵਿੱਚ ਆਈ ਕਿ ਮੈਂ ਜਾ ਕੇ ਏਮਨਾਬਾਦ ਨਗਰ ਨੂੰ ਘੇਰ ਲਵਾਂ। ਅਕਸ ਮਾਤਰ ਅਬ ਪਰਹੁ ਜਾਈ, ਅਚਾਨਕ ਹੀ ਜਾ ਕਰਕੇ ਹੁਣ ਮੈਂ ਪੈ ਜਾਵਾਂਗਾ। ਤੂਰਨ ਤਿਨਕੋ ਦਿਓ ਵਿਚਲਾਈ, ਔਰ ਛੇਤੀ ਜਾ ਕਰਕੇ ਮੈਂ ਇਹਨਾਂ ਨੂੰ ਵਿਚਲਾ ਦਿਆਂਗਾ। ਮਾਨੀ ਆਨ ਨਾ ਮਾਨਹਿ ਮੋਰੀ, ਕਿਉਂਕਿ ਗੁਰੂ ਕੇ ਪਿਆਰਿਓ, ਬਾਬਰ ਨੂੰ ਸੈਦਪੁਰ ਦੇ ਖਾਨ ਨੇ ਰਸਤ ਪਾਣੀ ਦੇਣੋਂ ਨਾ ਕੀਤੀ ਸੀ। ਸੋ ਖਾਨ ਨੂੰ ਮਲਾੜਿਆਂ ਨੇ ਕਿਹਾ ਸੀ ਕਿ ਅਸੀਂ ਬਾਬਰ ਦੀਆਂ ਤੋਪਾਂ ਤੇ ਬੰਦੂਕਾਂ ਦੇ ਮੂੰਹ ਜੰਤਰਾਂ ਮੰਤਰਾਂ ਨਾਲ ਬੰਨ੍ਹ ਦਿਆਂਗੇ, ਮੁਗਲਾਂ ਨੂੰ ਅੰਨੇ ਕਰ ਦਿਆਂਗੇ। ਇਸ ਕਰਕੇ ਸੋ ਬਾਬਰ, ਇਹ ਜੋ ਖਾਨ ਸਨ, ਪਠਾਨ ਸਨ, ਇਹ ਮੁਲਾੜਿਆਂ ਦੇ ਆਖੇ ਲੱਗ ਕੇ ਬਾਬਰ ਦੇ ਵਿਰੁੱਧ ਹੋ ਗਏ। ਬਾਬਰ ਦੇ ਕਹਿਣ ਦੇ ਜੋ ਬਾਬਰ ਨੇ ਕਿਹਾ ਸੀ ਉਹ ਨਹੀਂ ਇਹਨਾਂ ਮੰਨਿਆ, ਬਾਬਰ ਦੀ ਈਨ ਨਾ ਮੰਨੀ। ਸੋ ਬਾਬਰ ਨੇ ਮਨ ਵਿੱਚ ਜਾਣਿਆ ਕਿ ਇਹਨਾਂ ਨੇ ਮੇਰੀ ਈਨ ਨਹੀਂ ਮੰਨੀ। ਅਸ ਪਠਾਨ ਹਨਹੁ ਕਰ ਜੋਰੀ, ਔਰ ਇਹੋ ਜਿਹੇ ਪਠਾਨ ਜਿਹੜੇ ਮੇਰੇ ਆਖੇ ਨਹੀਂ ਲੱਗੇ, ਇਹਨਾਂ ਨੂੰ ਮੈਂ ਜ਼ੋਰ ਦੇ ਨਾਲ ਜਾ ਕਰਕੇ ਨਾਸ਼ ਕਰ ਦਿਆਂਗਾ। ਗੁਰੂ ਕੇ ਪਿਆਰਿਓ, ਸਮੇਂ ਦੀ ਸਮਾਪਤੀ ਹੈ, 10 ਮਿੰਟ ਉੱਤੇ ਹੋ ਚੁੱਕੇ ਆ। ਇਸ ਕਰਕੇ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰਸੰਗ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਅੱਗੇ ਜੋ ਪ੍ਰਸੰਗ ਜਿਸ ਪ੍ਰਕਾਰ ਦੇ ਨਾਲ ਬਾਬਰ ਏਮਨਾਬਾਦ ਤੇ ਹਮਲਾ ਕਰੇਗਾ ਔਰ ਇੱਥੇ ਸਾਰਿਆਂ ਦੇ ਤਾਈਂ ਬੜਾ ਭਾਰੀ ਖੇਦ ਪਹੁੰਚਾਵੇਗਾ ਔਰ ਜਾਨ ਮਾਲ ਦਾ ਬੜਾ ਭਾਰੀ ਨੁਕਸਾਨ ਕਰੇਗਾ। ਜੋ ਬਚੇ ਸਾਰਿਆਂ ਨੂੰ ਕੈਦੀ ਬਣਾ ਕੇ ਜੇਲ੍ਹ ਖਾਨੇ ਵਿੱਚ ਪਾਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਕੈਦੀਆਂ ਨੂੰ ਛਡਾਉਣ ਵਾਸਤੇ ਆਪ ਵੀ ਜੇਲ੍ਹ ਵਿੱਚ ਜਾਣਗੇ, ਉਹ ਪ੍ਰਸੰਗ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਮਾਨੀ ਆਨ ਨਾ ਮਾਨਹਿ ਮੋਰੀ, ਅਸ ਪਠਾਨ ਹਨਹੁ ਕਰ ਜੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।